ਸਿਰੜ ਨਿਸ਼ਾਨੇ YouTube ਚੈਨਲ ਦੀ ਕੱਲ੍ਹ ਦੀ ਪੇਸ਼ਕਸ਼ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੀਸਰੀ ਜੁੱਧ ਦਾ ਵਿਵਰਣ ਆਪ ਜੀ ਨੇ ਸਰਵਣ ਕਰਕੇ ਭਰਵਾਂ ਹੰਗਾਰਾ ਭਰਿਆ ਹੈ। ਸਾਰੇ ਸਰੋਤਿਆਂ ਗੁਰੂ ਪਿਆਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅੱਜ ਆਪ ਸ਼ੁਰੂ ਕਰਦੇ ਹਾਂ ਗੁਰੂ ਸਾਹਿਬ ਜੀ ਦੀ ਚੌਥੀ ਗੰਗ ਦਾ ਵੇਰਵਾ। ਗੁਰੂ ਸਾਹਿਬ ਜੀ ਦੀ ਮੁਗਲਾਂ ਅਤੇ ਪਠਾਣਾਂ ਨਾਲ ਚੌਥੀ ਜੰਗ ਕਰਤਾਰਪੁਰ ਵਿਖੇ ਹੋਈ, ਜਿਸ ਦਾ ਸਮਾਂ ਬਣਦਾ ਹੈ ਸੰਨ 1634 ਸੰਮਤ 1691। ਇਸ ਲੜਾਈ ਦਾ ਕਾਰਨ ਵੀ ਇੱਕ ਬਾਜ ਹੀ ਬਣਦਾ ਹੈ। ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਬਾਜ ਰੱਖੇ ਸਨ, ਜਿਨ੍ਹਾਂ 'ਚੋਂ ਇੱਕ ਬਾਜ ਚੋਰੀ ਹੋ ਜਾਂਦਾ ਹੈ। ਲੜਾਈ ਦੀ ਕਹਾਣੀ ਇੰਝ ਸ਼ੁਰੂ ਹੁੰਦੀ ਹੈ ਕਿ ਪੈਂਦੇ ਖਾਂ ਨਾਂ ਦਾ ਇੱਕ ਪਠਾਨ ਗੁਰੂ ਸ਼ਰਨ 'ਚ ਆਉਂਦਾ ਹੈ। ਗੁਰੂ ਸਾਹਿਬ ਉਸ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਹਨ। ਉਸ ਨੂੰ ਜੰਗੀ ਅਭਿਆਸ ਕਰਵਾ ਕੇ ਵਧੀਆ ਸੈਨਿਕ ਬਣਾਉਂਦੇ ਹਨ ਅਤੇ ਪਠਾਣਾਂ ਦੀ ਫੌਜ ਦੇ ਇੱਕ ਟੁਕੜੀ ਦਾ ਸੈਨਾਪਤੀ ਬਣਾ ਦਿੰਦੇ ਹਨ। ਇਹੀ ਪੈਂਦੇ ਖਾਨ ਉਹੀ ਹੈ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਪਹਿਲੀ ਜੰਗ 'ਚ ਬੜੀ ਬਹਾਦਰੀ ਨਾਲ ਲੜਦਾ ਹੈ। ਗੁਰੂ ਸਾਹਿਬ ਉਸ ਨੂੰ ਵਡਿਆਉਂਦੇ ਹਨ, ਹੋਰ ਤਾਕਤ ਦਿੰਦੇ ਹਨ, ਪਰ ਸਮਾਂ ਪਾ ਕੇ ਉਹ ਆਪਣੀ ਬਹਾਦਰੀ ਦਾ ਘਮੰਡ ਕਰਨ ਲੱਗ ਜਾਂਦਾ ਹੈ ਅਤੇ ਇੰਝ ਸੋਚਦਾ ਹੈ ਜਿਵੇਂ ਗੁਰੂ ਸਾਹਿਬ ਦੀਆਂ ਫੌਜਾਂ ਉਹਦੇ ਕਾਰਨ ਹੀ ਜਿੱਤੀਆਂ ਹੋਣ। ਉਹ ਇਸੇ ਘਮੰਡ ਵਿੱਚ ਗੁਰੂ ਸਾਹਿਬ ਜੀ ਦਾ ਇੱਕ ਬਾਜ ਚੁਰਾ ਲੈਂਦਾ ਹੈ ਅਤੇ ਆਪਣੇ ਜਵਾਈ ਨੂੰ ਤੋਹਫੇ ਵਿੱਚ ਦੇ ਦਿੰਦਾ ਹੈ। ਗੁਰੂ ਸਾਹਿਬ ਜੀ ਵੱਲੋਂ ਪੁੱਛਣ 'ਤੇ ਉਹ ਇਨਕਾਰੀ ਹੋ ਜਾਂਦਾ ਅਤੇ ਕਹਿੰਦਾ ਹੈ ਮੈਨੂੰ ਬਾਜ ਬਾਰੇ ਕੋਈ ਜਾਣਕਾਰੀ ਨਹੀਂ। ਪਰ ਸਮੇਂ ਨਾਲ ਉਸ ਦਾ ਝੂਠ ਨੰਗਾ ਹੁੰਦਾ ਹੈ। ਗੁਰੂ ਸਾਹਿਬ ਉਸ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੰਦੇ ਹਨ। ਪੈਂਦੇ ਖਾਂ ਇਸ ਗੱਲ ਨੂੰ ਆਪਣਾ ਅਪਮਾਨ ਸਮਝਦਾ ਹੈ ਅਤੇ ਉਹ ਆਪਣੇ ਸੈਨਿਕਾਂ ਸਮੇਤ ਜਲੰਧਰ ਦੇ ਸੂਬੇਦਾਰ ਕਾਲੇ ਖਾਂ ਦੀ ਸ਼ਰਨ 'ਚ ਚਲਾ ਜਾਂਦਾ ਹੈ, ਜੋ ਉਸ ਨੂੰ ਬਾਦਸ਼ਾਹ ਸ਼ਾਹਜਹਾਂ ਕੋਲ ਲੈ ਜਾਂਦਾ ਹੈ। ਕਾਲੇ ਖਾਂ ਉਸ ਮੁਗਲ ਸੈਨਾਪਤੀ ਮੁਸਲਕ ਖਾਂ ਦਾ ਭਰਾ ਹੈ, ਜੋ ਗੁਰੂ ਜੀ ਦੇ ਹੱਥੋਂ ਅੰਮ੍ਰਿਤਸਰ ਦੀ ਲੜਾਈ ਵਿੱਚ ਮਾਰਿਆ ਜਾਂਦਾ ਹੈ। ਪੈਂਦੇ ਖਾਂ ਅਤੇ ਕਾਲੇ ਖਾਂ ਨੇ ਬਾਦਸ਼ਾਹ ਕੋਲ ਝੂਠ ਤੂਫਾਨ ਬੋਲ ਕੇ ਉਸ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਉਕਸਾਇਆ। ਸ਼ਾਹਜਹਾਂ ਪਹਿਲੀਆਂ ਹਾਰਾਂ ਤੋਂ ਬਖਲਾਇਆ ਹੋਇਆ ਸੀ। ਕਾਲੇ ਖਾਂ ਦੀ ਅਗਵਾਈ ਵਿੱਚ ਪੈਂਦੇ ਖਾਂ, ਕੁਤਬ ਖਾਂ, ਅਨਵਰ ਖਾਂ, ਅਸਮਾਨ ਖਾਂ ਦੀ ਕਮਾਂਡ 'ਚ 50,000 ਦੀ ਵੱਡੀ ਫੌਜ ਦੇ ਕੇ ਗੁਰੂ ਸਾਹਿਬ 'ਤੇ ਹਮਲਾ ਕਰਨ ਲਈ ਭੇਜਦਾ ਹੈ। ਦੂਸਰੇ ਪਾਸੇ ਗੁਰੂ ਸਾਹਿਬ ਦੀ ਅਗਵਾਈ ਵਿੱਚ ਜਥੇਦਾਰ ਭਾਈ ਬਿਧੀ ਚੰਦ, ਭਾਈ ਜਤੀਮਲ, ਭਾਈ ਲੱਖੂ, ਭਾਈ ਰਾਏ ਜੋਧ, ਬਾਬਾ ਗੁਰਦਿੱਤਾ ਜੀ ਅਤੇ ਗੁਰੂ ਸਾਹਿਬ ਜੀ ਦੇ ਸਪੁੱਤਰ ਬਾਬਾ ਤਿਆਗਮਲ ਜੀ, ਜਿਨ੍ਹਾਂ ਦੀ ਉਮਰ ਉਸ ਸਮੇਂ ਮਹਿਜ਼ 14 ਸਾਲ ਸੀ, ਉਹਨਾਂ ਦੀ ਅਗਵਾਈ ਵਿੱਚ ਵੱਖ-ਵੱਖ ਜਥੇ ਬਣਾਏ ਜਾਂਦੇ ਹਨ। ਗੁਰੂ ਕੇ ਸਿੱਖ ਗੁਰੂ ਅਤੇ ਧਰਮ ਵਾਸਤੇ ਲੜ ਰਹੇ ਨੇ, ਜਦੋਂ ਕਿ ਮੁਗਲ ਪਠਾਨ ਤਨਖਾਹਾਂ ਵਾਸਤੇ। ਦੋਵਾਂ ਫੌਜਾਂ ਕਰਤਾਰਪੁਰ ਸਾਹਿਬ ਦੇ ਥਾਂ 'ਤੇ ਮੈਦਾਨੇ ਜੰਗ 'ਚ ਇਕੱਠੀਆਂ ਹੁੰਦੀਆਂ ਹਨ, ਆਮੋ ਸਾਹਮਣੇ ਹੁੰਦੀਆਂ ਹਨ। ਮੁਗਲਾਂ ਦੀ ਫੌਜ 50,000, ਗੁਰੂ ਫੌਜਾਂ ਦੀ ਗਿਣਤੀ ਸਿਰਫ 5,000 ਹੈ, ਇਸ ਤੋਂ ਵੀ ਘੱਟ ਹੈ। ਇਸ ਤਰ੍ਹਾਂ ਪਹਿਲੀਆਂ ਜੰਗਾਂ ਦੀ ਤਰ੍ਹਾਂ ਹੁਣ ਵੀ ਮੁਗਲ ਫੌਜਾਂ ਅਤੇ ਸਿੱਖ ਫੌਜਾਂ ਦਾ ਅਨੁਪਾਤ 1:10 ਦਾ ਬਣਦਾ ਹੈ, ਭਾਵ 10 ਮੁਗਲ ਫੌਜਾਂ ਦਾ ਮੁਕਾਬਲਾ ਇੱਕ ਸਿੱਖ ਫੌਜੀ ਕਰ ਰਿਹਾ ਹੈ। ਚਲੋ ਚੱਲੀਏ ਮੈਦਾਨੇ ਜੰਗ 'ਚ ਅਤੇ ਸੁਣਾਈਏ ਤੁਹਾਨੂੰ ਹਾਲ ਜੰਗ ਦਾ। ਭਾਈ ਬਿਧੀ ਚੰਦ ਜੀ ਦਾ ਟਾਕਰਾ ਜਰਨੈਲ ਕਾਲੇ ਖਾਂ ਨਾਲ ਹੋ ਰਿਹਾ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਮੁਕਾਬਲਾ ਅਸਮਾਨ ਖਾਂ ਨਾਲ ਹੋ ਰਿਹਾ। ਗੁਰੂ ਸਾਹਿਬ ਦੇ ਛੋਟੇ ਪੁੱਤਰ ਤਿਆਗਮਲ ਜੀ, ਜਿਨ੍ਹਾਂ ਦੀ ਉਮਰ ਮਹਿਜ਼ 14 ਸਾਲ ਹੈ, ਉਹਨਾਂ ਨੇ ਅਜਿਹਾ ਖੰਡਾ ਖੜਕਾਇਆ ਕਿ ਮੁਗਲਾਂ ਦੇ ਆਹੂ ਲਾ ਦਿੱਤੇ। ਉਹਨਾਂ ਦੀ ਬਹਾਦਰੀ ਵੇਖ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਨਾਂ ਤਿਆਗਮਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ, ਤੇਗ ਦੇ ਧਨੀ। ਤਿਆਗਮਲ ਜੀ, ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਬਣੇ। ਹੰਕਾਰਿਆ ਪੈਂਦੇ ਖਾਂ ਗੁਰੂ ਸਾਹਿਬ ਜੀ ਨੂੰ ਕਹਿੰਦਾ
बाकी फौजां क्यों लड़ाउणियां ने, आओ दोहें जने सामने सामने लड़ाई का फैसला कर लेंदे हाँ। बाकियां नूं क्यों मरवाउंदे हो? तो आप सीधा नतारा करने वास्ते गुरु के सन्मुख हो गया। गुरु साहब जी ने उसका चैलेंज मंजूर किया। तो उस समय मोहसिन फनी नाम का एक इतिहासकार उस गल नूं कलमबंद करता है, लिखता है, गुरु साहब पैंदे खां नूं कहिंदे, पैंदे खां जवान नां गल्लां घट कर ते हत्थ 'च पड़ी तलवार नाल कर। तू बहादुर है, मैं तैनूं पहला वार करन दी खुल दिंदा हाँ। मैनूं तेरे पिछले कीते ते कोई गुस्सा नहीं, आ ते पूरे जोश नाल लड़। पैंदे खां गुरु साहब ते तगड़ा वार करता है, पर उसका वार व्यर्थ जाता है। गुरु साहब कहते हैं, पैंदे खां एक वार होर कर लै, किते तेरे मन च भुलेखा ना रह जाए। पैंदे खां दूसरा वार करता है तो वह भी गुरु साहब के शरीर नूं छू नहीं सकता। गुरु साहब कहते, चल पैंदे खां एक वार होर कर लै, तैनूं खुल दिंदे हाँ। पैंदे खां तीसरा भरवां वार करता है, पर वह भी गुरु साहब नूं नहीं लगता। गुरु साहब कहते, पैंदे खां तैयार हो जा, हुण मैं तैनूं दसदा हाँ वार किंज करीदा है। तो गुरु साहब जी के पहले वार नाल ही पैंदे खां सख्त फट्टड़ होकर धरती ते डिग पैंदा है। उसकी सुरत कुछ कायम सी, तो उसनूं गुरु साहब जी का शगिरद होने की याद आई। दयालु गुरु साहब समय की नजाकत नूं समझते हुए पैंदे खां दे उत्ते अपनी ढाल नाल छां करते हैं तो कहते हैं, पैंदे खां तेरा आखिरी समा है, कलमा पढ़ लै, तू मुसलमान है। पैंदे खां कहता, गुरु साहब तुहाडी तलवार ही मेरा कलमा है। तरस खा के गुरु साहब जी मरदे हुए पैंदे खां नूं अपनी ढाल नाल छां करते हैं तो कहते, पैंदे खां मैं तेरे ते मेहरबान होया, मैं तैनूं पालिया सी, तैनूं बहादुर बनाया सी, हीरो बनाया सी, पर लोगों ने तैनूं चुक दे दित्ती तो तू सारा कुछ भुल भुला के बेमुख हो गया, तू नमक हरामी हो गया। फिर भी मैं रब अगे अरदास करदा हाँ, रब तेरे गुनाह बख्श देवे। चल पढ़ कलमा। कलमा पढ़द्या पैंदे खां मर गया। मुगल सेना के बाकी सारे जरनैल सिंघां ने घेर घेर के मार दिते, पर काले खां हाली जिउंदा सी। उसने गुरु जी के उपर तीर नाल वार किया, जो गुरु साहब जी के मत्थे ते लगा तो खून वगन लग पिया। खून बस्त्रां ते पै गया। गुरु जी कहते, काले खां तेरा वार मैं सह लिया, लै हुण संभल। ये कह के गुरु साहब जी ने एक तीर उस वल मारिया जिस नाल काले खां का घोड़ा मारिया गया तो वह धरती ते पै गया। गुरु जी भी घोड़े तो उतरे तो दोनों विचकार तलवारां खड़क पईयां, बिजली की कड़क पैदा हुई। गुरु साहब उस दे वार नूं रोक के कहते, काले खां वार इंज नहीं करीदा। ये कहंदे गुरु जी ने दो धारे खंडे नाल काले खां दे भरवां वार किया, जिस नाल काले खां दा सिर तो लैके सारा धड़ दो हिस्सों च होकर धरती ते डिग पिया। उधर बाकी सिख जथेदारां दे ने अपनी फौज नाल हमला करके कुतुब खां, अनवर खां, उस्मान खां नूं मार दिता। हज़ारां मुगल फौजां दीयां लाशां मैदाने जंग च खिलरियां पईयां सन। 700 के करीब सिख भी शहादत का जाम पी गए सन। करतारपुर की धरती खून नाल लथपथ हो गई सी। रहिंदियां मुगल फौजां मैदान चों भज उठियां सन। मैदान गुरु साहब ते सिख फौज के हथ रहा सी। तां भाई बिरी चंद जी, भाई जतीमल जी, भाई त्यागमल जी ते बाबा गुरदाता जी ने जित का साझा जकारा छड्डिया, जो बोलो बाबा नानक की जय, जय बोलो बाबा नानक जी की। इस तरह गुरु साहब जी ने यह चौथी जंग भी बहादुरी नाल लड़ी ते जित प्राप्त की, मुगलों की वड्डी फौज नूं भांज दिती। गुरु प्यारिओ, चौथी जंग का यह विवरण करदिआं दास को हो सकता कुछ इतिहासक भुलां होईआं होण, कुछ बोलां च कमी रह गई होवे, भुलां चुकां दी खिमा करनी। जे तुहानूं ये जानकारी चंगी लगी होवे तां इस नूं पसंद करना, होर लोकां नाल साझे करना ते अपने इस सिरड़ निशाने यूट्यूब चैनल नूं सबसक्राइब करना। भुलां चुकां दी खिमा। वाहिगुरू जी का खालसा, वाहिगुरू जी की फतेह।